ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ ਪ੍ਰਧਾਨ ਮੰਤਰੀ ਬਨਾਮ ਕਿਸਾਨ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਸੰਘਰਸ਼ ਸੜਕ ਤੋਂ ਉੱਠ ਕੇ ਜਿਹੜਾ ਹੈਗਾ ਦੇਸ਼ ਦੀ ਸੰਸਦ ਤੱਕ ਪਹੁੰਚ ਚੁੱਕਿਆ, ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਕਿਸਾਨੀ ਸੰਘਰਸ਼ ਦੇ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਚੁੱਕਿਆ ਗਿਆ ਤੇ ਅੱਜ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਪਹਿਲੀ ਵਾਰ ਜਿਹੜਾ ਹੈਗਾ ਕਿਸਾਨੀ ਅੰਦੋਲਨ ਬਾਰੇ ਗੱਲ ਕੀਤੀ ਗਈ ਹੈ। ਪਰ ਉਹਨਾਂ ਨੇ ਕਿਹਾ ਇਹੀ ਹੈ ਜੇ ਇਸ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਇਹ ਸੰਸਦ ਦੇ ਵਿੱਚ ਜੋ ਰਾਜਸੀ ਪਾਰਟੀਆਂ ਦੇ ਵਿਚਾਰ ਹੈ, ਅੱਜ ਪ੍ਰਧਾਨ ਮੰਤਰੀ ਨੇ ਜੋ ਕੁਝ ਕਿਹਾ ਹੈ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਅਸਲ ਦੇ ਵਿੱਚ ਪ੍ਰਧਾਨ ਮੰਤਰੀ ਰਾਸ਼ਟਰਪਤੀ ਦੇ ਭਾਸ਼ਣ 'ਤੇ ਜੋ ਬਹਿਸ ਹੋਈ ਹੈ ਉਹਦਾ ਜਵਾਬ ਦੇ ਰਹੇ ਸੀ ਔਰ ਜਿੰਨੀਆਂ ਵੀ ਗੱਲਾਂ ਉਹਨਾਂ ਨੇ 4-5 ਬੁਨਿਆਦੀ ਨੁਕਤੇ ਕਹੇ ਨੇ ਇਸ ਸਾਰੇ ਮਾਮਲੇ ਦੇ ਵਿੱਚ। ਸਭ ਤੋਂ ਪਹਿਲੀ ਗੱਲ ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਹਰ ਚੀਜ਼ ਦਾ ਵਿਰੋਧ ਤਾਂ ਹੋਣਾ ਹੀ ਹੁੰਦਾ। ਉਸ ਸਮੇਂ ਵੀ ਹੋਇਆ ਸੀ ਜਦੋਂ ਹਰੀ ਕ੍ਰਾਂਤੀ ਆਈ ਸੀ, ਇਹ ਤੋਂ ਪਹਿਲਾਂ ਵੀ ਹੋਣਾ ਹੁੰਦਾ। ਇਹਦਾ ਮਤਲਬ ਇਹ ਹੈ ਕਿ ਉਹ ਬੜਾ ਸਰਸਰੀ ਲੈਂਦੇ ਨੇ ਕਿ ਵਿਰੋਧ ਹੋ ਗਿਆ ਤਾਂ ਕੀ ਹੋ ਗਿਆ, ਮਤਲਬ ਕੋਈ ਗਹਿਰਾਈ ਨਹੀਂ ਹੈ, ਕੋਈ ਸੰਵੇਦਨਸ਼ੀਲਤਾ ਨਹੀਂ ਹੈ, ਕੋਈ ਇਹਦੇ ਵਿੱਚ ਬਹੁਤ ਜ਼ਿਆਦਾ ਕੋਈ ਇਹੋ ਜਿਹੀ ਸੈਂਸਿਟੀਵਿਟੀ ਨਹੀਂ ਹੈ ਕਿ ਉਹਨੂੰ ਸੋਚਿਆ ਗਿਆ ਹੋਵੇ। ਦੂਜੀ ਗੱਲ ਉਹ ਇਹ ਕਹਿ ਰਹੇ ਨੇ ਕਿ ਇਹ ਕਿਉਂਕਿ ਇਦੋਂ ਸਾਰਾ ਕੁਝ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ ਕਰਨਾ ਚਾਹੁੰਦੀ ਸੀ ਜਾਂ ਵੱਖ-ਵੱਖ ਜਿਹੜੇ ਪਾਰਲੀਮੈਂਟ 'ਚ ਬੈਠੀਆਂ ਪਾਰਟੀਆਂ ਨੇ ਉਹਨਾਂ ਦੀਆਂ ਸੂਬਾ ਸਰਕਾਰਾਂ ਕਰਨੀਆਂ ਚਾਹੁੰਦੀਆਂ ਸੀ, ਉਹਨਾਂ ਦੀ ਇੱਛਾ ਸੀ, ਅਸੀਂ ਕਰਤਾ, ਇਸ ਕਰਕੇ ਆਪਾਂ ਸਾਂਝੇ ਤੌਰ 'ਤੇ ਇਕੱਠੇ ਹੋ ਕੇ ਕਿਉਂ ਨਾ ਇਸੇ ਗੱਲ ਨੂੰ ਪ੍ਰਵਾਨ ਕਰੀਏ। ਇਹ ਉਹਨਾਂ ਨੇ ਗੱਲ ਆਪਣੇ ਵੱਲੋਂ ਉਸ ਲੈਵਲ 'ਤੇ ਕਰਤੀ ਹੈ। ਤੀਜੀ ਗੱਲ ਉਹ ਇਸੇ ਲਈ ਇਹ ਕਹਿ ਰਹੇ ਨੇ ਕਿ ਇਹ ਤਾਂ ਜਿਹੜਾ ਰਸਤਾ ਸੁਧਾਰਾਂ ਦਾ ਇਹ ਤਾਂ ਅਮਲ 'ਚ ਆਊਗਾ ਹੀ, ਇਹਨੂੰ ਮੌਕਾ ਦੇਣਾ ਚਾਹੀਦਾ। ਇਹਦੇ ਨਾਲ ਉਹੀ ਪੁਰਾਣਾ ਬਿਰਤਾਂਤ ਕਿ ਛੋਟੇ ਕਿਸਾਨਾਂ ਦਾ ਕੋਈ ਬਾਲੀ ਵਾਰਸ ਨਹੀਂ, ਉਹਨਾਂ ਨੂੰ ਫਾਇਦਾ ਮਿਲੇਗਾ। ਡੇਅਰੀ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ ਉਹ ਰੌਂਗ ਮੁਕਾਬਲਾ ਹੈ, ਗਲਤ ਟਾਈਪ ਦਾ ਸਿਸਟਮ ਹੈ ਕਿ ਡੇਅਰੀ ਕਿਹੜਾ ਬਹੁਤ ਭੱਕ ਚੱਲ ਰਹੀ ਹੈ। ਡੇਅਰੀ ਵਾਲੇ ਤਾਂ ਆਪ ਮਰ ਰਹੇ ਨੇ, ਡੇਅਰੀ ਛੱਡ ਰਹੇ ਨੇ। ਪਾਣੀ ਦਾ ਰੇਟ ਜ਼ਿਆਦਾ ਹੈ, ਉਦੋਂ ਜਿਹੜਾ ਲੋਕਾਂ ਦਾ ਖਰਾਬ ਕਰਕੇ ਕੰਪਨੀਆਂ ਉਦੋਂ ਬਾਅਦ ਵੇਚ ਰਹੀਆਂ ਨੇ, ਤਾਂ ਦੁੱਧ ਦਾ ਰੇਟ ਘੱਟ ਹੈ ਤੇ ਉਹ ਵੀ ਕੋਈ ਮੁਕਾਬਲੇਬਾਜ਼ੀ ਵਾਲੀ ਉਸ ਲੈਵਲ ਦੀ ਗੱਲ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਨਹੀਂ, ਇਹਨੂੰ ਇੱਕ ਮੌਕਾ ਦੇਣਾ ਚਾਹੀਦਾ, ਜੇ ਕੋਈ ਨੁਕਸ ਹੋਊਗਾ ਤਾਂ ਆਪਾਂ ਦੇਖ ਲਾਂਗੇ। ਫਿਰ ਕੋਸ਼ਿਸ਼ ਕੀਤੀ ਉਹੀ ਬਰਤਾਨ ਦੀ ਮੁੜ ਕੇ ਕਿ ਅਜੇ ਵੀ ਉਹ ਇਹ ਮੰਨਣ ਲਈ ਤਿਆਰ ਨਹੀਂ ਕਿ ਦੇਸ਼ ਦੇ ਕਿਸਾਨ ਨੂੰ ਇਹਦੇ ਨਾਲ ਪ੍ਰੋਬਲਮ ਹੈ। ਉਹ ਅਜੇ ਵੀ ਪੰਜਾਬ ਔਰ ਸਿੱਖ ਇੱਥੇ ਹੀ ਫੋਕਸ ਕਰਨਾ ਚਾਹੁੰਦੇ ਨੇ ਕਿ ਇਸ ਤਰੀਕੇ ਦੇ ਨਾਲ। ਫਿਰ ਜਿਹੜਾ ਕੋਈ ਨਾ ਕੋਈ ਸ਼ਬਦ ਘੜਦੇ ਨੇ, 2-4 ਉਹਨਾਂ ਨੇ ਇਹੋ ਜਿਹੇ ਸ਼ਬਦ ਘੜੇ ਲਿਆ ਕੇ ਕਿ ਇੱਕ ਤਾਂ ਇਹੀ ਹੈ ਕਿ ਕੁਝ ਲੋਕ ਅੰਦੋਲਨ ਜੀਵੀ ਨੇ ਜੀ, ਕਿ ਅੰਦੋਲਨ ਤੋਂ ਬਿਨਾਂ ਜਿੰਦਾ ਨਹੀਂ ਰਹਿ ਸਕਦੇ, ਅੰਦੋਲਨ ਤੁਸੀਂ ਦੇਖ ਲਓ ਕੌਣ ਨੇ, ਕੀ ਹੈ, ਜੇ ਉਹ ਸਾਰਾ ਕੁਛ। ਫਿਰ FDI ਨੂੰ ਵਡਿਆ ਦਿੱਤਾ ਗਿਆ ਜਿਹਦਾ ਵਿਰੋਧ ਹੋ ਰਿਹਾ। ਆਤਮ ਨਿਰਭਰ ਭਾਰਤ ਦੀ ਸ਼ਲਾਘਾ ਕਰਨ ਵਾਲਾ ਜਾਂ ਸਿਧਾਂਤ ਦੇਣ ਵਾਲਾ ਜਾਂ ਇਹਦੇ 'ਤੇ ਜ਼ੋਰ ਦੇਣ ਵਾਲੇ ਪ੍ਰਧਾਨ ਮੰਤਰੀ FDI ਨੂੰ ਕਹਿੰਦੇ ਨੇ ਬਹੁਤ ਜ਼ਰੂਰੀ ਹੈ, ਫੋਰਨ ਡਾਇਰੈਕਟ ਇਨਵੈਸਟਮੈਂਟ। ਪਰ ਉਸੇ ਦਾ ਇੱਕ ਹੋਰ ਸ਼ਬਦਾਵਲੀ ਘੜ ਕੇ ਇਹ ਕਹਿੰਦੇ ਫੋਰਨ ਡਿਸਟਰਕਟਿਵ ਆਈਡੀਆਲੋਜੀ ਹੈ, ਆਈਡੀਆਲੋਜੀ ਨਹੀਂ ਚਾਹੀਦੀ। FDI ਬਿਨਾਂ ਕਿਸੇ ਆਈਡੀਆਲੋਜੀ ਤੋਂ ਆ ਰਹੀ ਹੈ, ਕੋਈ ਵੀ ਬਾਹਰਲੀ ਪੂੰਜੀ ਬਿਨਾਂ ਕਿਸੇ ਵਿਚਾਰਧਾਰਾ ਤੋਂ ਆ ਰਹੀ ਹੈ। ਕਾਰਪੋਰੇਟ ਦੀ ਆਈਡੀਆਲੋਜੀ ਤੁਹਾਨੂੰ ਸੂਟ ਕਰਦੀ ਹੈ ਤੇ ਤੁਸੀਂ ਉਸ ਆਈਡੀਆਲੋਜੀ ਦੀ ਗੱਲ ਨਹੀਂ ਕਰਦੇ ਕਿਸੇ ਵੀ ਰੂਪ ਦੇ ਵਿੱਚ। ਇਹ ਸਾਰਾ ਬਿਰਤਾਂਤ ਤੋਂ ਇੱਕ ਗੱਲ ਸਮਝ ਆਉਂਦੀ ਹੈ ਜਿੰਨਾ ਪ੍ਰਧਾਨ ਮੰਤਰੀ ਨੇ ਕਿਹਾ। ਨੰਬਰ 1 ਤਾਂ ਇਹ ਹੈ, ਇਹਦਾ ਮਤਲਬ ਕਿ ਅੱਗੇ ਨੂੰ ਇਹ ਦੇਸ਼ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਿਣ ਨੂੰ ਹੈ, ਕਿਹਾ ਜਾ ਰਿਹਾ ਹੈ। ਇਹਦਾ ਮਤਲਬ ਜਿਹੜੀ ਧਿਰ ਦੇ ਸਮਾਜ ਆਮ ਲੋਕਾਂ ਦੇ ਜਿਹਦੇ ਪਾਰਲੀਮੈਂਟ ਦੇ ਵਿੱਚ ਤੇ ਵਿਧਾਨ ਸਭਾਵਾਂ ਦੇ ਵਿੱਚ ਬੰਦੇ ਨਹੀਂ ਹੋਣਗੇ, ਉਹਦੇ ਕੋਲ ਇੱਕ ਤਰੀਕਾ ਹੁੰਦਾ ਜਮਹੂਰੀਅਤ 'ਚ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ, ਸੰਵਿਧਾਨਕ ਤਰੀਕੇ ਦੇ ਨਾਲ, ਕਾਨੂੰਨ ਦੇ ਤਰੀਕੇ ਦੇ ਨਾਲ ਆਪਣੀ ਆਵਾਜ਼ ਉਠਾਉਂਦਾ, ਇਕੱਠੇ ਹੁੰਦੇ ਨੇ, ਅੰਦੋਲਨ ਕਰਦਾ, ਸਰਕਾਰਾਂ ਸਾਹਮਣੇ ਆਪਣੀ ਗੱਲ ਰੱਖਦਾ। ਤੇ ਜੇ ਪ੍ਰਧਾਨ ਮੰਤਰੀ ਵਰਗਾ ਐਟੀਟਿਊਡ ਲੈ ਲਿਆ ਜਾਊਗਾ ਅੱਗੇ ਨੂੰ ਸਰਕਾਰਾਂ ਦਾ, ਇਹਦਾ ਮਤਲਬ ਅੰਦੋਲਨਾਂ ਨੂੰ ਇਹ ਕਹਿ ਕੇ ਰੱਦ ਕਰ ਦਿਓ ਕਿ ਵਿਰੋਧ ਤਾਂ ਹੁੰਦੇ ਹੀ ਹੁੰਦੇ ਨੇ। ਇਹਦਾ ਮਤਲਬ ਇਹ ਕਹਿ ਕੇ ਰੱਦ ਕਰ ਦਿਓ ਵੀ ਉਹ ਤਾਂ ਥੋੜ੍ਹੇ ਜਿਹੇ ਬੰਦੇ ਨੇ, ਇਹ ਕਹਿ ਕੇ ਰੱਦ ਕਰ ਦਿਓ ਕਿ ਉਹ ਤਾਂ ਪਾਰਟੀਆਂ ਦੇ ਚੱਕੇ ਹੋਏ ਨੇ। ਤੁਸੀਂ ਅੱਗੇ ਨੂੰ ਜਮਹੂਰੀਅਤ ਦੇ ਵਿੱਚ ਉਹ ਰਸਤਾ ਬੰਦ ਕਰ ਰਹੇ ਹੋ ਜਿਹੜੇ ਰਸਤੇ ਨਾਲ ਜਮਹੂਰੀਅਤ ਸੁਰੱਖਿਅਤ ਰਹਿੰਦੀ ਹੈ, ਜਿਹੜੇ ਰਸਤੇ ਨਾਲ ਲੋਕਾਂ ਦੀ ਆਵਾਜ਼ ਸੱਤਾਧਾਰੀਆਂ ਤੱਕ ਪਹੁੰਚਦੀ ਹੈ ਔਰ ਜਿਹਦੇ ਕਰਕੇ ਸੱਤਾਧਾਰੀ ਬਦਨਾਮੀ ਹੋਣ ਤੋਂ ਡਰਦੇ ਆਪਣੇ ਲੋਕਾਂ ਦੀ ਗੱਲ ਸੁਣ ਕੇ ਥੋੜ੍ਹੀ ਬਹੁਤ ਉਹਦਾ ਇਲਾਜ ਜਾਂ ਕੋਸ਼ਿਸ਼ ਕਰਦੇ ਨੇ ਕਿ ਉਹਦਾ ਕੋਈ ਹੱਲ ਕੀਤੀ ਜਾਵੇ, ਜਾਂ ਇਹ ਦਿਖਾਵਾ ਕਰਦੇ ਨੇ ਘੱਟੋ ਘੱਟ ਕਿ ਇਹਦਾ ਹੱਲ ਕੀਤਾ ਜਾਏ। ਤੇ ਹੁਣ ਜਦੋਂ ਘੁੰਡੀ ਲਾ ਦਿਓ, ਸਭ ਕੁਝ ਹੀ ਚੱਕ ਦਿਓ ਕਿ ਲੋੜ ਹੀ ਨਹੀਂ ਹੈ, ਇਹਦਾ ਮਤਲਬ ਇਹ ਬਹੁਤ ਬੜਾ ਇੱਕ ਮੈਸੇਜ ਹੈ ਅੱਗੇ ਜਮਹੂਰੀਅਤ ਦੇ ਵਾਸਤੇ ਕਿ ਜਮਹੂਰੀ ਤਰੀਕੇ ਨਾਲ ਅੰਦੋਲਨਾਂ ਦਾ ਦੌਰ
ਜੇ ਐਡੇ ਵੱਡੇ ਅੰਦੋਲਨ ਨਾਲ ਇਸ ਗੈਰ ਗੰਭੀਰ ਤਰੀਕੇ ਨਾਲ ਸਿੱਝਿਆ ਜਾਂਦਾ ਹੈ ਤਾਂ ਛੋਟੇ ਅੰਦੋਲਨਾਂ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ। ਇਹ ਮੈਸੇਜ ਹੈ ਪੂਰੇ ਦੇਸ਼ ਨੂੰ ਤੇ ਬਾਕੀ ਲੋਕਾਂ ਨੂੰ। ਔਰ ਇਸੇ ਤਰੀਕੇ ਦੇ ਨਾਲ ਜਿਹੜੀ ਗੱਲ ਇਹ ਕਹੀ ਗਈ ਹੈ ਕਿ ਜੀ ਪਹਿਲੀਆਂ ਪਾਰਟੀਆਂ ਵੀ ਕਰਦੀਆਂ ਸੀ, ਤੁਸੀਂ ਵੀ ਕਰਦੇ ਸੀ, ਇਹ ਤਾਂ ਸਾਰੇ ਲੋਕ ਕਹਿ ਰਹੇ ਨੇ, ਇਹ ਚਰਚਾ ਦਾ ਵਿਸ਼ਾ ਹੈ ਕਿ 1991-92 ਤੋਂ ਬਾਅਦ ਜੋ ਆਰਥਿਕ ਨੀਤੀਆਂ ਸਾਹਮਣੇ ਆਈਆਂ ਜਿਹਦੇ ਵਿੱਚ ਸ਼ਰੇਆਮ ਪਹਿਲਾਂ ਇਹ ਸੀ ਕਿ ਥੋੜਾ ਬਹੁਤ ਰੋਕਾਂ ਸੀ, ਉਹੋ ਜਿਹਾ ਮਾਡਲ ਨਹੀਂ ਸੀ, ਪਰ ਉਦੋਂ ਬਾਅਦ ਪੂੰਜੀ ਨੂੰ ਪੂਰਾ ਮੰਡੀ ਦੇ ਹਵਾਲੇ ਕਰਨ ਦਾ ਇੱਕ ਦਰਵਾਜ਼ਾ ਖੁੱਲ੍ਹਿਆ ਤੇ ਸਭ ਕੁਝ ਨੂੰ ਮਾਰਕੀਟ ਦੇ ਹਵਾਲੇ ਕਰਨ ਦੀ ਇੱਕ ਪਾਲਿਸੀ ਆਈ। ਉਹਦੇ 'ਚ ਨਰਸਿਮਹਾ ਰਾਓ ਤੋਂ ਮਨਮੋਹਨ ਸਿੰਘ ਵੀ, ਬਾਕੀ ਵੀ ਸਾਰੇ ਸ਼ਾਮਲ ਸੀ ਤੇ ਤੁਸੀਂ ਵੀ ਸ਼ਾਮਲ ਹੋ। ਇਹਦਾ ਮਤਲਬ ਜਿਹੜੇ ਜੇ ਚੋਰ ਮਸੇਰੇ ਭਾਈ ਵਾਲੀ ਗੱਲ ਸ਼ੁਰੂ ਕਰ ਦੋ, ਉਹਦੇ ਨਾਲ ਹੀ ਗੱਲ ਆਪਣੇ ਆਪ ਦੇ ਵਿੱਚ ਚੰਗੀ ਸਮਝਣ ਲੱਗ ਜਾਓ ਤਾਂ ਉਹ ਗੱਲ ਵਾਜਬ ਕਿਵੇਂ ਹੋ ਜਾਂਦੀ ਹੈ। ਤੇ ਇੱਕ ਅਗਲੀ ਗੱਲ ਪ੍ਰਧਾਨ ਮੰਤਰੀ ਇਹ ਕਹਿ ਰਿਹਾ ਕਿ ਇਹ ਸੁਧਾਰ ਨੇ, ਇਹਨਾਂ ਨੂੰ ਮੌਕਾ ਦਿਓ, ਇਹਦੇ ਨਾਲ ਕਿਸਾਨਾਂ ਦਾ ਭਾਰੇ ਨਿਆਰੇ ਹੋ ਜਾਏਗਾ, ਇਹਨਾਂ ਨੂੰ ਦੇਖੋ, ਪਹਿਲਾਂ ਹੀ ਵਿਰੋਧ ਨਾ ਕਰੋ। ਜਿਹੜੀ ਚੀਜ਼ ਦੇਖੀ ਜਾ ਚੁੱਕੀ ਹੈ, ਕਿਸਾਨ ਆਗੂ ਜਾਂ ਬਾਕੀ ਦੇ ਲੋਕ ਜਾਂ ਜੋ ਉਹ ਅਰਥ ਸ਼ਾਸਤਰੀ ਕੀ ਕਹਿ ਰਹੇ ਨੇ, ਇਹ ਦੁਨੀਆ 'ਚ ਦੇਖੀ ਜਾ ਚੁੱਕੀ ਹੈ, ਇਹ ਸਾਡੇ ਦੇਸ਼ 'ਚ ਦੇਖੀ ਜਾ ਚੁੱਕੀ ਹੈ। ਇਹਦੇ ਤੇ ਪ੍ਰਧਾਨ ਮੰਤਰੀ ਇੱਕ ਸ਼ਬਦ ਨਹੀਂ ਬੋਲਦੇ। ਜਦੋਂ ਕੋਈ ਇਹ ਕਹਿੰਦਾ ਹੈ ਕਿ ਇਹੀ ਤੁਹਾਡੇ ਕਾਨੂੰਨ ਵਰਗਾ ਹੀ APMC ਮੰਡੀ 2006 'ਚ ਬਿਹਾਰ 'ਚ ਟੁੱਟ ਗਈ ਸੀ, ਉੱਥੇ ਦੇ ਕਿਸਾਨ ਨੂੰ, ਗਰੀਬ ਕਿਸਾਨ ਨੂੰ ਕਿੰਨਾ ਮੁਨਾਫਾ ਹੋਇਆ ਤੇ ਉਹ ਕਿਵੇਂ ਵੱਡੀਆਂ SUV ਗੱਡੀਆਂ 'ਚ ਰਹਿਣ ਲੱਗ ਗਿਆ ਤੇ ਬੜਾ ਉਹਦੇ ਬਾਰੇ ਨਿਆਰੇ ਹੋ ਗਏ, ਖੁਸ਼ਹਾਲ ਹੋ ਗਿਆ, ਉਹਦੀ ਤਸਵੀਰ ਤਾਂ ਦਿਖਾ ਦਿਓ। ਉਹ ਤਾਂ ਲਾਗੂ ਹੈ ਨਾ ਤੁਹਾਡੇ ਮੁਤਾਬਕ, ਉਸੇ ਤਰੀਕੇ ਨਾਲ ਚੱਲ ਰਿਹਾ। ਤੁਸੀਂ ਅਮਰੀਕਾ ਜਾਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਦੀ ਤਸਵੀਰ ਦਿਖਾ ਦਿਓ ਕਿ ਬੰਦੇ ਖੇਤੀ 'ਚ ਕਿਉਂ ਨਹੀਂ ਰਹਿਣਾ ਚਾਹੁੰਦੇ ਐਡੀ ਵੱਡੀ ਸਬਸਿਡੀ ਦੇ ਬਾਵਜੂਦ। ਔਰ ਜਦੋਂ ਤੁਹਾਡੇ ਤੋਂ ਕਿਸਾਨ ਇਹ ਮੰਗ ਕਰਦਾ, ਤੁਸੀਂ ਇੱਕੋ ਹੀ ਜੁਮਲਾ ਦੁਹਰਾ ਦਿੰਦੇ ਹੋ, MSP ਹੈ, MSP ਸੀ ਤੇ MSP ਰਹੇਗੀ। ਉਹ ਇਹ ਕਹਿ ਰਿਹਾ ਕਿ ਭਾਈ ਸਾਹਿਬ MSP ਸੀ ਤੇ ਹੈ ਤਾਂ 23 ਫਸਲਾਂ ਦੀ, ਤੁਸੀਂ ਖਰੀਦਦੇ 2 ਫਸਲਾਂ ਤੇ ਬਾਕੀ ਫਸਲਾਂ ਦੀ ਖਰੀਦ ਦੀ ਗਰੰਟੀ ਤਾਂ ਦਿਓ। MSP ਕਿਹੜਾ ਚੱਟਣੀਆਂ ਕਿਸੇ ਨੇ ਕਿ MSP ਨਹੀਂ ਹੈ, ਤੇ MSP ਦੀ ਖਰੀਦ ਦੀ ਗਰੰਟੀ ਲਈ ਕਾਨੂੰਨ ਬਣਾਓ। ਔਰ ਉਹਦੇ ਨਾਲ ਕੀ ਹੋਏਗਾ, ਉਹਦੇ ਨਾਲ ਜਿਹੜੇ ਦੇਸ਼ ਨੂੰ ਤੁਸੀਂ ਮਗਰ ਲਾਉਣਾ ਚਾਹੁੰਦੇ ਹੋ, ਜਿਹੜੇ ਲੋਕਾਂ ਨੂੰ ਇਹ ਚਾਹੁੰਦੇ ਹੋ ਕਿ ਕੇਵਲ ਪੰਜਾਬ ਹਰਿਆਣਾ ਬਾਕੀ ਨਹੀਂ ਲੜ ਰਿਹਾ, ਉਹਨਾਂ ਦਾ ਭਲਾ ਜ਼ਿਆਦਾ ਹੋਏਗਾ। ਜੇ ਉਹਨਾਂ ਨੂੰ ਉਸ ਰੇਟ ਮਿਲਦਾ, ਜੇ ਬਿਹਾਰ ਦੇ ਬੰਦੇ ਨੂੰ 1200 ਦੀ ਬਜਾਏ 1950 ਤੇ ਕਣਕ ਵਿਕਦੀ ਹੈ ਉਹਦੀ, ਤਾਂ ਉਹਨੂੰ ਫਾਇਦਾ ਹੋਣਾ। ਜੇ ਮਹਾਰਾਸ਼ਟਰ ਦੇ ਵਿੱਚ, ਮੱਧ ਪ੍ਰਦੇਸ਼ ਦੇ ਤਾਂ ਕਣਕ ਬਹੁਤ ਵਿਕਣ ਲੱਗ ਗਈ ਹੈ ਪਹਿਲਾਂ ਨਾਲੋਂ, ਜਾਂ ਬਾਕੀ ਦੇ ਸੂਬਿਆਂ ਦੇ ਵਿੱਚ ਵੀ ਜੇ ਵਿਕਦਾ ਤਾਂ ਇਹ ਚੀਜ਼ਾਂ ਫਾਇਦੇਮੰਦ ਹੋਣਗੀਆਂ। ਇਹਦੇ ਨਾਲ ਲਾਸ ਨਹੀਂ ਹੁੰਦਾ, ਸਗੋਂ ਪੰਜਾਬ ਵਰਗੇ ਸੂਬੇ 'ਚ ਵੀ ਜੇਕਰ 2 ਹੀ ਚੀਜ਼ਾਂ ਦਾ ਇਕੱਲਾ ਫਸਲ ਗਰੰਟੀ ਰਹਿੰਦੀ ਹੈ ਕਣਕ ਤੇ ਝੋਨੇ ਦੀ, ਪੰਜਾਬ ਦੇ ਕੁਦਰਤੀ ਸਰੋਤ ਬਰਬਾਦ ਹੋ ਗਏ ਨੇ। ਪੰਜਾਬ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਖਹਿੜਾ ਚਲਾਉਣਾ ਚਾਹੁੰਦਾ, ਅੱਜ ਦਾ ਨਹੀਂ 1985 ਤੋਂ ਚਲਾਉਣਾ ਚਾਹੁੰਦਾ, ਤੇ ਉਹਨੂੰ ਸਰਕਾਰ ਦੀ ਸਪੋਰਟ ਨਹੀਂ ਮਿਲ ਰਹੀ। ਜੇ ਬਾਕੀ ਫਸਲਾਂ ਦਾ ਵੀ ਖਰੀਦ ਦੀ ਗਰੰਟੀ ਹੋ ਜਾਏਗੀ, ਪੰਜਾਬ ਤਾਂ ਝੋਨੇ 'ਚੋਂ ਨਿਕਲੇ ਜਾਊਗਾ। ਜਦੋਂ ਨਿਕਲ ਗਿਆ ਹੋਰੇ ਸੂਬਿਆਂ ਨੂੰ ਫਾਇਦਾ ਮਿਲੂਗਾ, ਇੱਥੇ ਉਹਦੀਆਂ ਬਾਕੀ ਫਸਲਾਂ 'ਚ ਆਜੂ, ਇਹਦੇ ਕੁਦਰਤੀ ਸਰੋਤ ਵੀ ਬਚ ਜਾਣਗੇ ਤੇ ਕਿਸਾਨ ਵੀ ਉਸ ਤਰੀਕੇ ਨਾਲ ਬਚ ਜਾਊਗਾ, ਉਸੇ ਤਰੀਕੇ ਦੇ ਨਾਲ। ਇਸੇ ਕਰਕੇ ਜਿੰਨਾ ਵੀ ਤੌਰ ਤਰੀਕਾ ਉਹ ਪ੍ਰਧਾਨ ਮੰਤਰੀ ਨੇ ਸਾਰਾ ਕੁਝ ਕਿਹਾ, ਔਰ ਜਿਵੇਂ ਧਰਨਾ ਦੇਣਾ, ਪ੍ਰੋਟੈਸਟ ਕਰਨਾ ਇੱਕ ਗੁਨਾਹ ਬਣ ਜਾਂਦਾ, ਇੱਕ ਕ੍ਰਾਈਮ ਬਣ ਜਾਂਦਾ। ਇਹਦੇ 'ਚੋਂ ਤੁਸੀਂ ਇਹ ਸ਼ਬਦ ਲੱਭਦੇ ਹੋ ਕਿ ਅੰਦੋਲਨ ਜੀਵੀ, ਅੰਦੋਲਨ ਤੋਂ ਬਿਨਾਂ ਅੰਦੋਲਨਕਾਰੀ ਜਿਹੜਾ ਕੋਈ ਅਗਵਾਈ ਕਰਦਾ ਇਸ ਦੇਸ਼ ਦੇ ਵਿੱਚ, ਇਕੱਲਾ ਪ੍ਰਧਾਨ ਮੰਤਰੀ ਬਣਨਾ, MLA ਬਣਨਾ, ਆਗੂ ਹੋਣਾ ਨਹੀਂ, ਆਗੂ ਹੋਣਾ ਇਦੋਂ ਬਿਨਾਂ ਵੀ ਹੁੰਦਾ ਜਿਹੜੇ ਲੋਕ ਉਸ ਲੈਵਲ ਦੀਆਂ ਗੱਲਾਂ ਕਰਦੇ ਸੀ। ਔਰ ਇਹਨਾਂ ਹੀ ਪ੍ਰਧਾਨ ਮੰਤਰੀ ਦੀ ਜਿਹੜੀ ਪਾਰਟੀ ਵੀ ਹੈ, ਜਦੋਂ ਇੰਦਰਾ ਗਾਂਧੀ ਦੇ ਖਿਲਾਫ ਐਮਰਜੈਂਸੀ ਤੋਂ ਪਹਿਲਾਂ ਬਿਹਾਰ ਦੇ ਵਿੱਚ ਵੱਡਾ ਅੰਦੋਲਨ ਹੋਇਆ ਸੀ, ਉਹਦੀ ਗਵਾਹੀ ਜੈ ਪ੍ਰਕਾਸ਼ ਨਾਰਾਇਣ ਨੇ ਕੀਤੀ ਸੀ। ਉਦੋਂ ਜਨਸੰਘ ਭੰਗ ਕਰਕੇ ਤੁਸੀਂ ਜਨਤਾ ਪਾਰਟੀ ਬਣਾ ਲੈਂਦੇ ਸੀ, ਉਦੋਂ ਤਾਂ ਤੁਹਾਨੂੰ ਨਹੀਂ ਲੱਗਿਆ ਕਿ ਅੰਦੋਲਨ ਗਲਤ ਹੋ ਰਿਹਾ, ਅੰਦੋਲਨ ਠੀਕ ਨਹੀਂ ਹੁੰਦੇ। ਅੰਦੋਲਨਾਂ ਦੇ ਵਿੱਚੋਂ ਤੁਸੀਂ ਉਦੋਂ ਲਾਹਾ ਲੈਂਦੇ ਸੀ ਕਿ ਅੰਦੋਲਨਾਂ 'ਚੋਂ ਆਈ ਪਾਰਟੀ ਹੈ, ਤੇ ਹੁਣ ਤੁਹਾਨੂੰ ਅੰਦੋਲਨ ਬੁਰੇ ਕਿਉਂ ਲੱਗਦੇ ਨੇ ਜਮਹੂਰੀਅਤ ਦੇ ਉਸ ਸਾਰੇ ਸੈਟਅਪ ਦੇ ਵਿੱਚ। ਇਸ ਕਰਕੇ ਇਹ ਮਾਨਸਿਕਤਾ ਦਾ ਸਵਾਲ ਹੈ। ਮਾਨਸਿਕਤਾ ਬੜੇ ਹੀ ਇੱਕ ਉਸ ਹਾਸੀਏ 'ਤੇ ਆ ਕੇ ਖੜੀ ਹੋ ਗਈ ਹੈ ਜਿੱਥੋਂ ਲੋਕਾਂ ਨੂੰ ਜਮਹੂਰੀਅਤ ਦੇ ਵਿੱਚੋਂ ਜਾਂ ਚੁਣੇ ਹੋਏ ਡਿਕਟੇਟਰ ਨੁਮਾ ਜਿਹੜੇ ਲੋਕ ਹੁੰਦੇ ਨੇ ਉਹਨਾਂ ਦੇ ਵਿੱਚੋਂ ਕੋਈ ਪਛਾਣ ਕਰਨੀ ਪੈਣੀ ਹੈ ਕਿ ਕਿਸ ਲੈਵਲ 'ਤੇ ਸਾਡੇ ਅਸਲ 'ਚ ਸਿਆਸਤ ਦੇ ਵਿੱਚ ਜਮਹੂਰੀ ਸਿਆਸਤ ਦਾ ਇੱਕ ਖਲਾਅ ਹੈ। ਬਾਕੀ ਦੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਨੇ ਉਹ ਮੈਦਾਨੇ ਜੰਗ 'ਚੋਂ ਬਾਹਰ ਨੇ, ਉਹ ਇਕੱਲੇ ਕਿਸਾਨਾਂ ਔਰ ਸਰਕਾਰ ਦੇ ਜੰਗ ਦੇ ਵਿੱਚੋਂ, ਲੜਾਈ ਦੇ ਵਿੱਚੋਂ ਆਪਣਾ ਤੋਰੀ ਫੁਲਕਾ ਚਲਾਉਣਾ ਚਾਹੁੰਦੀਆਂ ਨੇ। ਸੜਕ ਦੇ ਉੱਤੇ ਸਿਆਸੀ ਪਾਰਟੀਆਂ ਨਹੀਂ,
ਜੇ ਇਹ ਸਿਆਸਤ ਦਾ ਉਹ ਖਲਾ ਸਿਆਸੀ ਪਾਰਟੀਆਂ ਨਾ ਭਰ ਪਾਈਆਂ ਤਾਂ ਸਭ ਤੋਂ ਵੱਡੇ ਗੁਨਾਹਗਾਰ ਉਹ ਸਿਆਸੀ ਪਾਰਟੀਆਂ ਹੋਣਗੀਆਂ। ਇਦੋਂ ਪਹਿਲਾਂ ਵੀ ਜਿਹੜਾ ਅੰਦੋਲਨ ਚੱਲਿਆ ਸੀ ਉਹ ਅੰਦੋਲਨ ਵੱਡਾ ਜੇਪੀ ਵਰਗੇ ਪੁਰਾਣੇ ਸਿਆਸੀ ਬੰਦੇ ਸੀ ਜਿਹੜੇ ਅੱਗੇ ਲੱਗੇ ਤੇ ਜਿਨ੍ਹਾਂ ਨੇ ਦੇਸ਼ ਭਰ ਦੇ ਵਿੱਚ ਵੱਡੀਆਂ ਰੈਲੀਆਂ ਕਰਕੇ ਸਰਕਾਰਾਂ ਨੂੰ ਮਜਬੂਰ ਕੀਤਾ। ਇੱਥੇ ਪਾਰਟੀਆਂ ਚੁੱਪ ਨੇ, ਪਾਰਟੀਆਂ ਕੇਵਲ ਬਿਆਨ ਦਿੰਦੀਆਂ ਨੇ ਜਾਂ ਘੱਟੋ ਘੱਟ ਪਾਰਲੀਮੈਂਟ 'ਚ ਮਾੜਾ ਮੋਟਾ ਬੋਲਤਾ ਹੋਊਗਾ ਜਾਂ ਬਾਕੀ ਕੁਝ ਕਰਤਾ ਹੋਊਗਾ। ਇਦੋਂ ਅੱਗੇ ਉਹ ਨਹੀਂ ਆ ਰਹੀਆਂ ਅੱਜ ਸੜਕ ਦੇ ਵਿੱਚ, ਸੜਕ ਮੈਦਾਨ ਦੇ ਉੱਤੇ, ਤੇ ਇੱਕ ਵੱਖਰੇ ਵਿਚਾਰ ਨਾਲ ਨਹੀਂ ਆ ਰਹੀਆਂ। ਕਿਸਾਨਾਂ ਦੇ ਜਾਇਜ਼ ਗੱਲ ਨੂੰ ਸਪੋਰਟ ਕਰਨ ਦੇ ਲਈ ਆਪਣੇ ਆਪ ਆਪਣੇ ਸੰਗਠਨ ਨੂੰ ਉਤਾਰ ਨਹੀਂ ਰਹੀਆਂ ਮੈਦਾਨ ਦੇ ਵਿੱਚ। ਉਹ ਕਹਿੰਦੇ ਨੇ ਕਿ ਕਿਸਾਨ ਸਾਨੂੰ ਆਉਣ ਨਹੀਂ ਦਿੰਦੇ, ਇਸ ਕਰਕੇ ਅਸੀਂ ਚੁੱਪ ਹਾਂ। ਰਾਜ ਤੁਸੀਂ ਕਰਦੇ ਹੋ, ਪਾਰਟੀਆਂ ਤੁਹਾਡੀਆਂ ਨੇ, ਤੁਸੀਂ ਆਪਣੀਆਂ ਪਾਰਟੀਆਂ ਦੇ ਬੈਨਰ ਤੇ ਕਿਉਂ ਨਹੀਂ ਕਰ ਰਹੇ? ਕਿਸਾਨਾਂ ਦੇ ਮੋਢੇ ਤੇ ਰੱਖ ਕੇ ਕਿਉਂ ਚਲਾ ਰਹੇ ਹੋ? ਇਹ ਵੱਡਾ ਕੁਐਸਚਨ ਹੈ ਇਸ ਮਾਮਲੇ 'ਚ। ਜੀ ਹਮੀਰ ਸਿੰਘ ਜੀ, ਭਾਜਪਾ ਆਗੂ ਜਿਹੜੇ ਹੈ ਪਿਛਲੇ ਲੰਬੇ ਸਮੇਂ ਤੋਂ ਪ੍ਰਚਾਰ ਕਰਦੇ ਆ ਰਹੇ ਇਹ ਮੋਦੀ ਦੀ ਅਗਵਾਈ 'ਚ ਸਰਕਾਰ ਨੇ ਕਈ ਇਹੋ ਜਿਹੇ ਫੈਸਲੇ ਲਿੱਤੇ ਨੇ ਜਿਹੜੇ ਕਿਸਾਨੀ ਲਈ ਲਾਹੇਵੰਦ ਹੋਣਗੇ, ਪਰ ਜਦੋਂ ਇਹ 3 ਕਾਨੂੰਨਾਂ ਦੀ ਗੱਲ ਆਈ ਤਾਂ ਇੰਨਾ ਸੰਘਰਸ਼ ਜਿਹੜਾ ਹੈਗਾ ਦੇਸ਼ ਭਰ 'ਚ ਚੱਲ ਰਿਹਾ। ਤਾਂ ਅੱਜ ਉਹੀ ਭਾਜਪਾ ਆਗੂ ਕਹਿ ਰਹੇ ਨੇ ਕਿਉਂਕਿ ਇਹ ਕਾਨੂੰਨ ਤਾਂ ਕਾਂਗਰਸ ਸਰਕਾਰ ਤੇ ਹੋਰ ਸਿਆਸੀ ਧਿਰਾਂ ਲੈ ਕੇ ਆ ਰਹੀਆਂ ਸੀ ਤੇ ਉਹਨਾਂ ਨੂੰ ਹੀ ਜਿਹੜਾ ਹੈ ਅਸੀਂ ਅੱਗੇ ਤੋਰਿਆ, ਉਹਨਾਂ ਨੂੰ ਹੀ ਲੈ ਕੇ ਆਏ। ਤੁਹਾਨੂੰ ਨਹੀਂ ਲੱਗਦਾ ਵੀ ਕਿ ਜਦੋਂ ਇਹ ਤਿੰਨੋਂ ਕਾਨੂੰਨ ਇੱਕ ਸੰਘਰਸ਼ ਦਾ ਵੱਡਾ ਕਾਰਨ ਬਣ ਚੁੱਕੇ ਨੇ ਤਾਂ ਅੱਜ ਭਾਜਪਾ ਉਹ ਜਿਹੜਾ ਇਹ ਸੰਘਰਸ਼ ਦਾ ਸਾਰਾ ਭੰਡ ਹੈ ਉਹ ਕਾਂਗਰਸ ਦੇ ਸਿਰ ਤੇ ਹੋਰ ਸਿਆਸੀ ਪਾਰਟੀਆਂ ਦੇ ਸਿਰ ਫੋੜਨਾ ਚਾਹ ਰਹੀ ਹੈ? ਨਹੀਂ, ਉਹ ਫੋੜਦੇ ਇਸੇ ਲਈ ਜਦੋਂ ਕਾਂਗਰਸ ਲਿਆ ਰਹੀ ਸੀ ਉਦੋਂ ਪਾਰਲੀਮੈਂਟ ਦੇ ਵਿੱਚ ਦੋਨੇ ਸਦਨਾਂ ਦੇ ਵਿੱਚ ਇਹਨਾਂ ਦੇ ਆਗੂਆਂ ਦੇ ਬਿਆਨ ਸੁਣੋ। ਉਦੋਂ ਲੋਕ ਸਭਾ 'ਚ ਸੁਸ਼ਮਾ ਸਵਰਾਜ ਸੀਗੇ ਤੇ ਅਰੁਣ ਜੇਟਲੀ ਰਾਜ ਸਭਾ ਦੇ ਵਿੱਚੋਂ ਸੀਗੇ। ਉਹ ਨਹੀਂ ਰਹੇ ਮਤਲਬ ਹੁਣ, ਪਰ ਉਹਨਾਂ ਦੀਆਂ ਵੀਡੀਓ ਚੱਲ ਰਹੀਆਂ ਨੇ ਹੁਣ ਵੀ। ਉਦੋਂ ਤੁਸੀਂ ਕੀ ਕਹਿ ਰਹੇ ਸੀ, ਕਿਹੜੇ ਇਲਜ਼ਾਮ ਲਾ ਰਹੇ ਸੀ ਉਸੇ ਕਾਂਗਰਸ ਦੇ ਉੱਤੇ? ਕਾਂਗਰਸ ਤਾਂ ਉਹਨੇ ਜ਼ੋਰ ਨਾਲ ਲਾ ਹੀ ਨਹੀਂ ਰਹੀ ਕਿਸੇ ਵੀ ਰੂਪ ਦੇ ਵਿੱਚ ਹਜੇ ਜਿਹੜੇ ਤੁਸੀਂ ਲਾ ਰਹੇ ਸੀ। ਇਹਦਾ ਮਤਲਬ ਤੁਸੀਂ ਕੇਵਲ ਵੋਟ ਦੇ ਨਜ਼ਰੀਏ ਨਾਲ ਦੇਖਦੇ ਹੋ, ਲੋਕਾਂ ਦੇ ਅਸੂਲ ਦੇ ਨਜ਼ਰੀਏ ਨਾਲ ਨਹੀਂ। ਔਰ ਤੁਸੀਂ ਕਹਿ ਰਹੇ ਹੋ ਕਿ ਇੰਨੇ 86% ਕਿਸਾਨ ਛੋਟੇ ਨੇ, ਅਸੀਂ ਉਹਨਾਂ ਦਾ ਫਾਇਦਾ ਕਰਨਾ ਚਾਹੁੰਦੇ ਹਾਂ। ਉਹਨਾਂ ਦਾ ਫਾਇਦਾ ਕਿਵੇਂ ਹੋਊਗਾ ਕੋਈ ਦੱਸੋਗਾ ਤਾਂ ਸਹੀ ਨਾ। ਪ੍ਰਧਾਨ ਮੰਤਰੀ ਨੂੰ ਇਹ ਬੋਲਣਾ ਚਾਹੀਦਾ ਸੀ ਕਿ ਉਹਨਾਂ ਦਾ ਕਿਵੇਂ ਫਾਇਦਾ ਹੋਊਗਾ। ਜੇ ਉਹਨੂੰ ਅਸ਼ੋਰਡ ਇਨਕਮ ਨਹੀਂ ਮਿਲਦੀ, ਜੇ ਤੁਸੀਂ MSP ਦੀ ਗਾਰੰਟੀ ਦੇਣ ਲਈ ਤਿਆਰ ਨਹੀਂ ਹੈ, ਜਿਹਦੇ ਕੋਲ ਅੱਜ 50 ਕੁਆਂਟਲ ਵੇਚਣ ਨੂੰ ਨੇ ਉਹਨੂੰ ਪੂਰਾ ਮੁੱਲ ਨਹੀਂ ਮਿਲਦਾ, ਉਹਦੀ ਆਮਦਨ ਕਿਵੇਂ ਵਧੂਗੀ? ਜੀ ਬਿਲਕੁਲ। ਕਿਸਾਨ ਯਕੀਨੀ ਆਮਦਨ ਚਾਹੁੰਦਾ ਹੈ। ਔਰ ਉਹ ਇਹ ਵੀ ਨਾਲ ਉਹ ਕਹਿੰਦੇ ਨੇ ਵੀ ਜਿੰਨੀ ਕੁ ਉਹਨਾਂ ਦੀ ਆਮਦਨ ਹੈ ਉਹਨਾਂ ਦਾ ਗੱਲ ਨਹੀਂ ਚੱਲਦੀ, ਸਾਨੂੰ ਸੋਚਣਾ ਪਏਗਾ ਹੋਰ। ਉਹ ਕੀ ਸੋਚਣਾ ਪਊਗਾ? ਉਹਦੀ ਆਮਦਨ ਦੀ ਗਰੰਟੀ ਕਿਵੇਂ ਕਰਨੀ ਪਏਗੀ? ਜਾਂ ਤਾਂ ਤੁਸੀਂ ਕਹੋ ਇਹ ਕਾਨੂੰਨ ਚੱਲਦੇ ਨੇ ਚਾਹੇ ਇਹ ਘਾਟੇ ਜਾਣ ਵਾਧੇ ਜਾਣ, ਕਿਸਾਨ ਦੀ ਘੱਟੋ ਘੱਟ ਇੰਨੀ ਆਮਦਨ ਗੌਰਮੈਂਟ ਦੀ ਜ਼ਿੰਮੇਵਾਰੀ ਆ ਤੁਹਾਡੇ ਪਰਿਵਾਰ ਦੀ ਗਰੰਟੀ ਕਰਨਾ, ਅਸੀਂ ਚਾਹੇ ਕਿਵੇਂ ਕਰੀਏ। ਜੀ ਔਰ ਕਿਵੇਂ ਮਿਨੀਮਮ ਬੇਸਿਕ ਮਿਨੀਮਮ ਗਰੰਟੀ ਜਿਹੜੀ ਹੈ ਆਮਦਨ ਦੀ, ਬੁਨਿਆਦੀ ਆਮਦਨ ਦੀ, ਉਹ ਦੇ ਦਿਓ। ਜੀ ਉਹ ਵੀ ਤੁਸੀਂ ਨਹੀਂ ਕਰ ਰਹੇ। ਇਕੱਲਾ ਕਹਿਣ ਨਾਲ ਤਾਂ ਆਮਦਨ ਨਹੀਂ ਦੁੱਗਣੀ ਹੋਣੀ, ਕਹਿਣ ਨਾਲ ਤਾਂ ਉਹਦੇ ਜਵਾਕ ਨਹੀਂ ਪੜ ਜਾਣੇ। ਔਰ ਹਜ਼ਾਰਾਂ ਲੱਖਾਂ ਬੰਦਾ ਲਗਾਤਾਰ ਖੇਤੀ 'ਚੋਂ ਬਾਹਰ ਹੋ ਰਿਹਾ ਹੈ, ਮਜ਼ਦੂਰੀ ਚਾਹ ਰਿਹਾ ਹੈ, ਮਜ਼ਦੂਰੀ ਮਿਲ ਨਹੀਂ ਰਹੀ। ਔਰ PDS ਤੁਸੀਂ ਕਹਿੰਦੇ ਹੋ ਦਿਆਂਗੇ, PDS ਕਿਵੇਂ ਦਿਓਗੇ ਉਦੋਂ ਬਾਅਦ ਜਦੋਂ ਇਹ ਲਾਗੂ ਹੋ ਜਾਂਦੇ ਨੇ? ਉਹ ਵੀ ਤਾਂ ਦੇਖਣ ਦਾ ਕੁਐਸਚਨ ਹੈ ਨਾ। ਐਤਕੀ ਹੁਣ ਤੁਸੀਂ PDS 'ਚ 4,46,000 ਕਰੋੜ ਦਾ ਬਜਟ ਕਹਿੰਦੇ ਸੀ ਤੇ ਉਹ ਘਟਾ ਕੇ ਤੁਸੀਂ ਅੱਧਾ 40% ਘਟਾਤਾ ਮੁੜ ਕੇ, ਕਿਉਂਕਿ ਉਹਦੇ 'ਚ ਥੋੜ੍ਹਾ ਜਿਹਾ ਕਰੋਨਾ 'ਚ ਤੁਹਾਨੂੰ ਦਿਖਾਉਣਾ ਪਿਆ ਜੀ ਅਸੀਂ ਦੇ ਰਹੇ ਹਾਂ ਜਾਂ ਨਹੀਂ ਦੇ ਰਹੇ। ਅਜੇ ਤੱਕ ਕਿੰਨੇ ਹੀ ਲੋਕਾਂ ਕੋਲ ਕਾਰਡ ਨਹੀਂ, ਕਿੰਨੇ ਲੋਕਾਂ ਨੂੰ ਮਿਲ ਨਹੀਂ ਰਿਹਾ, ਕਿਵੇਂ ਮਿਲਦਾ ਕਿਵੇਂ ਨਹੀਂ, ਕਿਹੋ ਜਿਹਾ ਸਿਸਟਮ ਹੈ। ਅਜੇ ਤਾਂ ਬਹੁਤ ਕੁਝ ਕਰਨ ਵਾਲਾ ਉਸ ਮਾਮਲੇ ਦੇ ਵਿੱਚ ਵੀ। ਤੇ ਅਜੇ ਤਾਂ ਨਿਊਟ੍ਰੀਸ਼ਨ ਵੈਲਿਊ ਕੀ ਆ, ਹੁਣੇ ਅਜੇ ਰਿਪੋਰਟਾਂ ਛਪ ਰਹੀਆਂ ਨੇ ਕਿ ਸਾਡੇ ਕਿੰਨੀ ਸਟੰਟਡ ਗਰੋਥ ਹੈ, ਅਵਿਕਸਿਤ ਬੱਚੇ ਪੈਦਾ ਹੋ ਰਹੇ ਨੇ, ਔਰਤਾਂ ਨੂੰ ਪ੍ਰੈਗਨੈਂਸੀ ਦੇ ਵਿੱਚ ਨਹੀਂ ਪੂਰੀ ਖੁਰਾਕ ਮਿਲ ਰਹੀ। ਉਹ ਸਾਰੀਆਂ ਗੱਲਾਂ ਅਜੇ ਸਾਡੇ ਦੇਸ਼ ਦੇ ਡਾਟਾ ਦੱਸਦਾ ਹੈ ਸਾਰੇ ਮਾਮਲੇ ਦੇ ਵਿੱਚ। ਜੀ ਹਮੀਰ ਸਿੰਘ ਜੀ, ਕਿਸਾਨੀ ਸੰਘਰਸ਼ ਨੂੰ ਲੈ ਕੇ ਜਿਹੜਾ ਹੈ ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਤੇ ਵੀ ਜਿਹੜੀ ਹੈਗਾ ਇੱਕ ਟਕਰਾਅ ਦੀ ਸਥਿਤੀ ਬਣੀ ਹੋਈ ਹੈ। ਵੱਡੀ ਗਿਣਤੀ 'ਚ ਲੋਕ ਟਵੀਟ ਕਰ ਰਹੇ ਨੇ, ਫੇਸਬੁੱਕ ਤੇ ਆਪਣੇ ਵਿਚਾਰ ਜਿਹੜੇ ਹੈਗੇ ਸਾਂਝੇ ਕਰ ਰਹੇ ਨੇ ਤੇ ਇਸੇ 'ਚ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਕਿਹਾ ਵੀ ਕਿ ਜਿਹੜੇ ਕੁਝ ਅਦਾਕਾਰਾਂ ਵੱਲੋਂ ਜਾਂ ਹੋਰਾਂ ਵੱਲੋਂ ਮਹਾਰਾਸ਼ਟਰ ਵਿੱਚੋਂ ਟਵੀਟ ਕੀਤੇ ਗਏ ਸੀ ਅਸੀਂ ਉਹਦੀ ਜਾਂਚ ਕਰਵਾਵਾਂਗੇ। ਇਸ ਤੇ ਵੀ ਜਿਹੜਾ ਭਾਜਪਾ ਤੇ ਹੋਰਨਾਂ ਭਾਜਪਾ ਦੀ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਜਿਹੜੀ ਹੈ ਦਿੱਤੀ ਜਾ ਰਹੀ ਹੈ। ਇਸ ਨੂੰ ਕੀ ਕਹੋਗੇ? ਬਿਲਕੁਲ ਇੱਕ ਵਰਤਾਂਤ ਸਿਰਜਿਆ ਜਾ ਰਿਹਾ ਕਿ ਦੇਸ਼ ਦਾ ਨਾਂ ਲੈ ਕੇ ਵੀ ਮੈਂ ਉਹਦੇ ਪੱਖ 'ਚ ਹਾਂ, ਜੋ ਮਰਜ਼ੀ ਝੂਠ ਬੋਲਿਆ ਜਾ ਸਕਦਾ ਉਹਦੀ ਤੁਸੀਂ ਹਮਾਇਤ ਕਰੋਗੇ। ਇੱਕ ਕਾਮਨ ਸੈਂਸ ਹੁੰਦੀ ਹੈ, ਇੱਕ ਕੋਈ ਕਦਰਾਂ ਕੀਮਤਾਂ ਹੁੰਦੀਆਂ ਨੇ, ਇਨਸਾਨੀਅਤ ਹੁੰਦੀ ਹੈ, ਕੁਦਰਤੀ ਨਿਆਂ ਦਾ ਸਿਧਾਂਤ ਹੁੰਦਾ ਹੈ, ਇਨਸਾਫ ਹੁੰਦਾ ਹੈ।
ਤੇ ਤੁਸੀਂ ਗਲਤ ਨੂੰ ਗਲਤ ਕਹਿਣਾ ਹੁੰਦਾ, ਕੋਈ ਵੀ ਹੋਇਆ ਜਿੱਥੇ ਵੀ। ਇਸੇ ਕਰਕੇ ਤੁਸੀਂ ਇਨਸਾਨੀਅਤ ਦੀ ਕਦਰ ਕਰਨ ਵਾਲੀ ਇੱਕ ਸੁਸਾਇਟੀ ਸਿਰਜਣਾ ਚਾਹੁੰਦੇ ਹੋ। ਜਦੋਂ ਇਹ ਗੱਲ ਹੁੰਦੀ ਹੈ ਨਾ ਸਰਬੱਤ ਦਾ ਭਲਾ, ਸਾਰੀ ਸਮਾਜ, ਸਾਰੇ ਇਨਸਾਨ, ਸਭ ਤੋਂ ਬੜਾ ਧਰਮ ਇਨਸਾਨੀਅਤ ਦਾ ਹੁੰਦਾ ਹੈ। ਜੇ ਸਭ ਤੋਂ ਬੜਾ ਧਰਮ ਇਨਸਾਨੀਅਤ ਦਾ ਹੁੰਦਾ ਹੈ ਤਾਂ ਸਭ ਗੱਲਾਂ ਨੂੰ ਦੇਖਣ ਦਾ ਤੇ ਨਜ਼ਰੀਆ ਜਿਹੜਾ ਤੁਹਾਡਾ ਹੁੰਦਾ ਹੈ ਤਾਂ ਉਹ ਇਨਸਾਨੀ ਨਜ਼ਰੀਏ ਤੋਂ ਹੋਣਾ ਚਾਹੀਦਾ ਹੈ। ਜਿਹੜੀ ਵੀ ਚੀਜ਼ ਇਨਸਾਨੀਅਤ ਦੇ ਖਿਲਾਫ ਹੈ ਉਹ ਚੀਜ਼ ਠੀਕ ਨਹੀਂ ਹੈ। ਉਦੋਂ ਸੈਕੰਡ ਫਿਰ ਤੁਹਾਡਾ ਆਪਣੀ ਗੱਲ ਆਉਂਦੀ ਹੈ, ਚਾਹੇ ਉਹ ਦੇਸ਼ ਹੋਵੇ, ਧਰਮ ਹੋਵੇ ਜਾਂ ਬਾਕੀ ਦੀਆਂ ਚੀਜ਼ਾਂ ਹੋਣ। ਸੈਕੰਡਰੀ ਚੀਜ਼ ਉਦੋਂ ਬਾਅਦ ਸਟਾਰਟ ਹੁੰਦੀ ਹੈ। ਇਨਸਾਨੀਅਤ ਦਾ ਤਕਾਜ਼ਾ ਇਹ ਹੈ ਕਿ ਅਫਵਾਹਾਂ ਨਾ ਫੈਲਾਓ, ਝੂਠੇ ਸੰਦੇਸ਼ ਨਾ ਦਿਓ, ਠੀਕ ਤਰੀਕੇ ਨਾਲ ਕੰਮ ਕਰੋ। ਜੇ ਕੋਈ ਬਾਹਰਲਾ ਵੀ ਆ ਕੇ, ਕਾਲਾ ਚੋਰ ਵੀ ਆ ਕੇ ਤੁਹਾਨੂੰ ਕੋਈ ਚੰਗੀ ਗੱਲ ਕਹਿੰਦਾ ਕਿ ਮੈਨੂੰ ਇਹ ਠੀਕ ਨਹੀਂ ਲੱਗਦੀ, ਤਾਂ ਉਹਦੀ ਵੀ ਕਦਰ ਕਰੋ, ਬਾਕੀ ਤਾਂ ਛੱਡੋ ਜਿਹੜੀਆਂ ਚੀਜ਼ਾਂ। ਔਰ ਜਿੰਨੇ ਵੀ ਬਾਹਰੋਂ ਟਵੀਟ ਜਿਹੜੇ ਹੋਏ ਨੇ ਉਹ ਕੋਈ ਖੇਤੀ ਕਾਨੂੰਨਾਂ ਜਾਨੀ ਉਹ ਪੀਸਫੁਲ ਤਰੀਕੇ ਦੇ ਕਿਸਾਨ ਅੰਦੋਲਨ ਦੇ ਪੱਖ 'ਚ ਹੋਏ ਨੇ। ਉਹ ਕਹਿੰਦੇ ਨੇ ਕਿਸਾਨ ਆਪਣਾ ਅੰਦੋਲਨ ਜਿਹੜਾ ਪੀਸਫੁਲ ਲੜ ਰਹੇ ਨੇ, ਇਹ ਉਹਨਾਂ ਦਾ ਹੱਕ ਹੈ। ਇਹ ਯੂਐਨਓ ਦੇ ਜਿਹੜਾ ਮਨੁੱਖੀ ਅਧਿਕਾਰਾਂ ਦਾ ਸਰਬ ਵਿਆਪਕ ਐਲਾਨਨਾਮਾ ਹੈ, ਜਿਹੜਾ 24 ਅਕਤੂਬਰ 1948 ਨੂੰ ਪ੍ਰਵਾਨ ਹੋਇਆ ਜੀ, ਤੇ ਹਿੰਦੁਸਤਾਨ ਦੇ ਵੀ ਦਸਤਖਤ ਨੇ। ਇਹ ਉਹ ਕਹਿੰਦਾ ਹੈ। ਇਸੇ ਕਰਕੇ ਤੁਸੀਂ ਦਸਤਖਤ ਕਿਉਂ ਕੀਤੇ? ਫਿਰ ਤਾਂ ਲੋਕਾਂ ਨੂੰ ਬੋਲਣੀ ਬੰਦ ਕਰ ਦੋਗੇ ਤੁਸੀਂ। ਇਸੇ ਕਰਕੇ ਉਹਨਾਂ ਨੇ ਇਹ ਵੀ ਕਿਹਾ ਨਾਲ, ਜਦੋਂ ਤੁਸੀਂ ਤਾਰਾਂ ਲਾਤੀਆਂ, ਕਿੱਲ ਲਾਤੇ, ਐਡੀਆਂ ਵੱਡੀਆਂ ਚੀਜ਼ਾਂ ਕੀਤੀਆਂ ਵੀ ਇਹ ਤੇ ਪਾਣੀ ਕੱਟਤਾ ਹੈ, ਬਿਜਲੀ ਕੱਟਤੀ ਹੈ, ਇੰਟਰਨੈਟ ਬੰਦ ਕਰਤਾ ਹੈ, ਤਾਂ ਸਾਰੀ ਦੁਨੀਆ ਨੇ ਕੀ ਕਿਹਾ? ਦੁਨੀਆ ਦੇ ਬਹੁਤੇ ਲੋਕਾਂ ਨੇ ਇਹ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਦੁਨੀਆ 'ਚ ਜਿੱਥੇ ਵੀ ਕਿਤੇ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣਾ ਹੁੰਦਾ ਹੈ, ਉੱਥੇ ਯੂਐਨਓ ਵੀ ਜਾਂਦੀ ਹੈ, ਉੱਥੇ ਪੀਸ ਕੀਪਿੰਗ ਫੋਰਸ ਵੀ ਜਾਂਦੀ ਹੈ, ਉਹ 'ਚ ਭਾਰਤੀ ਫੌਜੀ ਵੀ ਜਾਂਦੇ ਨੇ ਤੇ ਬਾਕੀ ਲੋਕ ਵੀ ਜਾਂਦੇ ਨੇ। ਦੁਨੀਆ ਦਾ ਇੱਕ ਸਿਸਟਮ ਬਣਿਆ ਹੋਇਆ ਹੈ, ਐਸੀ ਗੱਲ ਨਹੀਂ ਹੈ। ਜੇ ਜੰਗਾਂ ਦੇ ਵਿੱਚ ਵੀ ਕੋਈ ਸਿਵਲੀਅਨ ਤੇ ਗੋਲੀ ਛੱਡਦਾ, ਬੰਬ ਛੱਡਦਾ ਹੈ, ਤਾਂ ਵੀ ਦੁਨੀਆ ਬੋਲਦੀ ਹੈ ਕਿ ਤੁਸੀਂ ਇਹ ਨਹੀਂ ਕਰ ਸਕਦੇ। ਇਹ ਤਾਂ ਫਿਰ ਇੱਕ ਅੰਦੋਲਨ ਹੈ। ਉਹਨੂੰ ਕਿਸ ਐਂਗਲ ਤੋਂ ਤੁਸੀਂ ਲੋਕਾਂ ਨੂੰ ਬਣਾ ਕਿਸ ਟਾਈਪ ਦੇ ਜਨੂਨੀ ਬੰਦੇ ਰਹੇ ਹੋ। ਤੇ ਜੇ ਹੁਣ ਸ਼ਿਵ ਸੈਨਾ ਨੇ ਇੱਕ ਗੱਲ ਕੀਤੀ ਹੈ, ਸ਼ਿਵ ਸੈਨਾ ਦੀ ਸਰਕਾਰ ਨੇ, ਕਿ ਜਿਹੜੇ ਟਵੀਟ ਕੀਤੇ ਗਏ ਇਧਰੋਂ ਸਾਡੇ ਬਾਲੀਵੁੱਡ ਦੇ ਖਾਸ ਤੌਰ ਤੇ ਕਲਾਕਾਰਾਂ ਜਾਂ ਗਾਇਕਾਂ ਜਾਂ ਬਾਕੀਆਂ ਵੱਲੋਂ, ਉਹਦੀ ਜਾਂਚ ਐ ਥੋੜੀ ਕਰਨੀ ਹੈ। ਕਿ ਉਹਦੀ ਜਾਂਚ ਉਹ ਇਹ ਕਰਨਾ ਚਾਹੁੰਦੇ ਨੇ ਕਿ ਇੱਕੋ ਜਿਹੀ ਉਹਦੀ ਸ਼ਬਦਾਵਲੀ ਹੈ, ਕੀ ਉਹਨਾਂ ਬੰਦਿਆਂ ਨੇ ਆਪ ਕੀਤੇ ਨੇ ਜਾਂ ਕੋਈ ਆਈਟੀ ਸੈੱਲ ਨੇ ਬੈਠ ਕੇ ਉਹਨਾਂ ਦਾ ਨਾਮ ਵਰਤ ਕੇ ਸਰਕਾਰ ਆਪਣਾ ਇੱਕ ਪ੍ਰਾਪੇਗੰਡਾ ਕਰ ਰਹੀ ਹੈ। ਜੇ ਉਹਨਾਂ ਨੇ ਆਪਣੀ ਜ਼ਮੀਰ 'ਚੋਂ ਆਪ ਕੀਤਾ ਤਾਂ ਇੱਕੋ ਜਿਹੀ ਸ਼ਬਦਾਵਲੀ ਨਹੀਂ ਹੋ ਸਕਦੀ। ਤੇ ਇਦੋਂ ਪਹਿਲਾਂ ਲਗਭਗ ਹੁਣ 2.5 ਮਹੀਨੇ ਤਾਂ ਅੱਜ ਦਿੱਲੀ ਨੂੰ ਹੋ ਗਏ, ਤੇ 2 ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਵੀ ਸੰਘਰਸ਼ ਰਿਹਾ। ਇੱਕ ਵੀ ਟਵੀਟ ਕਿਸੇ ਬਾਲੀਵੁੱਡ ਦੇ ਬੰਦੇ ਨੇ ਕੀਤਾ ਹੋਵੇ ਜਾਂ ਤਾਂ ਪਹਿਲਾਂ ਵੀ ਬੋਲਦੇ ਹੋਣ। ਤੇ ਕੇਵਲ ਬਾਹਰੋਂ 2-4 ਟਵੀਟ ਆਉਣ ਤੋਂ ਬਾਅਦ ਇੱਕਦਮ ਕਿਵੇਂ ਤੁਸੀਂ ਪੈਦਾ ਹੋ ਗਏ ਵੀ ਹਾਂ ਅਸੀਂ ਘੁਲਾਟੀਏ ਪੈਦਾ ਹੋ ਗਏ, ਹੁਣ ਇਹਦੇ ਤੇ ਬੋਲ ਰਹੇ ਹਾਂ, ਉਹਦੇ ਤੇ ਤੁਹਾਡੀ ਸਮਝ ਬਣ ਗਈ ਕਿਸਾਨ ਅੰਦੋਲਨ ਦੇ ਬਾਰੇ ਜਾਂ ਨਾ ਬਣ ਗਈ, ਦੇਸ਼ ਨੂੰ ਖਤਰਾ ਖੜਾ ਹੋ ਗਿਆ। ਦੇਸ਼ ਕੋਈ ਐਡਾ ਹੀ ਕਮਜ਼ੋਰ ਚੀਜ਼ ਹੁੰਦੀ ਹੈ ਕਿ ਬਾਹਰੋਂ 2 ਬੰਦੇ, ਉਹ ਵੀ ਇੰਡੀਵਿਜੂਅਲ, ਬਿਆਨ ਦੇ ਦੇਣ ਤੇ ਇਹਦੇ ਨਾਲ ਦੇਸ਼ ਕਮਜ਼ੋਰ ਹੋ ਜਾਂਦਾ ਹੈ। ਬਾਕੀ ਇੰਟਰਨੈਸ਼ਨਲੀ ਤੁਸੀਂ ਦੇਖੋ ਕਿ ਤੁਸੀਂ ਚਾਈਨਾ ਦੇ ਪ੍ਰੈਜ਼ੀਡੈਂਟ ਦੇ ਨਾਲ ਝੂਲਾ ਇਕੱਠੇ ਝੂਲ ਸਕਦੇ ਹੋ, ਤੁਹਾਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਟਰੰਪ ਦੇ ਇੱਥੇ ਟਰੰਪ ਦੇ ਜਿੱਤ ਦੇ ਜਾਂ ਬਾਕੀ ਦੇ ਵਾਸਤੇ ਇੱਥੇ ਪੂਜਾ ਕਰਵਾ ਸਕਦੇ ਹੋ, ਕੋਈ ਫਰਕ ਨਹੀਂ ਪੈਂਦਾ ਤੁਹਾਨੂੰ। ਤੇ ਤੁਸੀਂ ਨਵਾਜ਼ ਸ਼ਰੀਫ ਦੇ ਜਾ ਕੇ ਉੱਥੇ ਮਤਲਬ ਜਾ ਕੇ ਐਨਵਰਸਰੀ 'ਤੇ ਵੀ ਜਾਂ ਬਾਕੀ ਜਾ ਕੇ ਉੱਥੇ ਜਾ ਕੇ ਖਾਣਾ ਖਾ ਕੇ ਆ ਸਕਦੇ ਹੋ, ਫਿਰ ਕੋਈ ਫਰਕ ਨਹੀਂ ਪੈਂਦਾ। ਇਹ ਕਿਹੜੀਆਂ ਚੀਜ਼ਾਂ ਨੇ? ਜੇ ਦੇਸ਼ ਦੇ ਪ੍ਰਾਈਮ ਮਿਨਿਸਟਰ ਜਾਂ ਦੇਸ਼ ਦੇ ਹੁਕਮਰਾਨ ਇਹ ਕਰ ਸਕਦੇ ਨੇ ਤਾਂ ਕਿਸੇ ਦੂਜੇ ਬੰਦੇ ਨੂੰ ਮਨੁੱਖੀ ਅਧਿਕਾਰਾਂ ਦੇ ਮਾਮਲੇ ਦੇ ਵਿੱਚ ਵੀ ਦਖਲ ਦੇਣ ਦਾ ਕਿਉਂ ਹੱਕ ਨਹੀਂ ਹੈ? ਇਹ ਇੱਕ ਗੱਲ ਹੈ। ਇਹਦੇ ਨਾਲ ਨਾ ਕੋਈ ਦੇਸ਼ ਐਡਾ ਕਮਜ਼ੋਰ ਹੁੰਦਾ, ਨਾ ਕੋਈ ਗੱਲ ਹੁੰਦੀ ਹੈ, ਨਾ ਦੇਸ਼ ਟੁੱਟਦੇ ਨੇ ਨਾ ਜੁੜਦੇ। ਦੇਸ਼ ਟੁੱਟਣਗੇ ਜਾਂ ਜਿਹੜੇ ਵੀ ਟੁੱਟਦੇ ਨੇ ਉਹ ਆਪਣੀਆਂ ਅੰਦਰੂਨੀ ਪਾਲਿਸੀਆਂ ਤੇ ਆਪਣੇ ਲੋਕਾਂ ਦੀ ਬੇਚੈਨੀ ਜਾਂ ਉਹਨਾਂ ਦੇ ਵੱਲੋਂ ਟੁੱਟਦੇ ਨੇ। ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਗੌਰਮੈਂਟਾਂ ਨੂੰ ਕਿ ਜਿਸ ਪੱਧਰ ਦੀ ਬੇਚੈਨੀ ਵੱਧ ਰਹੀ ਹੈ, ਤੁਸੀਂ ਕਿਉਂ ਇਹ ਗੁੰਮਰਾਹ ਕਰ ਰਹੇ ਹੋ ਲੋਕਾਂ ਨੂੰ ਕਿ ਕੇਵਲ ਪੰਜਾਬ ਦਾ ਸੰਘਰਸ਼ ਹੈ। ਤੁਸੀਂ ਪਾਰਲੀਮੈਂਟ ਦੇ ਖੜ ਕੇ ਵੀ ਜਿਹਨੂੰ ਪਵਿੱਤਰ ਸਦਨ ਕਹਿੰਦੇ, ਉੱਥੇ ਵੀ ਇਹ ਨਹੀਂ ਕਹਿ ਪਾ ਰਹੇ ਕਿ ਯੂਪੀ ਦੀਆਂ ਜਿਹੜੀਆਂ ਐਡੀਆਂ ਮਹਾਪੰਚਾਇਤਾਂ ਹੋ ਰਹੀਆਂ ਨੇ, ਗਾਜੀਪੁਰ 'ਚ ਦੁਬਾਰਾ ਬੰਦੇ ਆ ਗਏ, ਜਿਹੜੇ ਹਰਿਆਣੇ ਦੇ ਵਿੱਚੋਂ ਇੰਨੇ ਵੱਡੇ ਵੱਡੇ ਇਕੱਠ ਹੋ ਰਹੇ ਨੇ, ਜਿਹੜੇ ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕਾ 'ਚ ਵੀ ਹੋਣ ਲੱਗ ਗਏ ਨੇ, ਇਹ ਲੋਕਾਂ ਨੂੰ ਕੋਈ ਪ੍ਰੋਬਲਮ ਹੈ? ਬਿਲਕੁਲ। ਇਹ ਤਾਂ ਬੋਲੋ ਤਾਂ ਸਹੀ। ਤੁਸੀਂ ਕਹਿ ਦਿਓ ਕਿ ਗਮਰਾਹ ਹੋਏ ਨੇ, ਤੁਸੀਂ ਤਾਂ ਇਹ ਕਹਿਣ ਲਈ ਵੀ ਤਿਆਰ ਨਹੀਂ। ਜਦੋਂ ਤੁਸੀਂ ਤੱਥ ਛੁਪਾਉਣਾ ਸ਼ੁਰੂ ਕਰ ਦਿੰਦੇ ਹੋ, ਤੱਥ ਛੁਪਾ ਕੇ ਚੀਜ਼ਾਂ ਨਹੀਂ ਚੱਲਦੀਆਂ। ਇਸੇ ਕਰਕੇ ਤੁਸੀਂ ਤੱਥ 2012-13 ਤੋਂ ਛੁਪਾਉਣੇ ਸ਼ੁਰੂ ਕਰਤੇ। NSSO ਦਾ ਡਾਟਾ ਮੁੜ ਕੇ ਨਹੀਂ ਆਇਆ, ਨਾ ਖੇਤੀ MSP ਦਾ ਕਿੰਨੇ ਕਿਸਾਨਾਂ ਨੂੰ ਲਾਭ ਹੋ ਰਿਹਾ ਉਹ ਵੀ ਡਾਟਾ ਬੰਦ ਹੈ, ਤੇ ਕਿੰਨੇ ਬੇਰੁਜ਼ਗਾਰ ਨੇ ਉਹ ਵੀ ਡਾਟਾ ਤੁਸੀਂ ਹੁਣ ਨਹੀਂ ਦੇ ਰਹੇ, ਕਿੰਨੇ ਕਿਸਾਨ ਖੁਦਕੁਸ਼ੀ ਕਰ ਰਹੇ ਨੇ ਉਹ ਵੀ ਡਾਟਾ ਇਕੱਠਾ ਕਰਨਾ ਬੰਦ ਕਰਤਾ ਹੈ। ਡਾਟੇ ਇਕੱਠੇ ਕਰਕੇ ਬੰਦ ਕਰਕੇ ਨਹੀਂ ਕੰਮ ਚੱਲਣਾ, ਉਹਨੂੰ
ਐਡਰੈਸ ਕਰਕੇ ਕੰਮ ਚੱਲਣਾ ਹੈ। ਉਹ ਜਿਹੜੇ ਕਾਨੂੰਨ ਤੁਸੀਂ ਤਿੰਨੋਂ ਬਣਾਏ ਹੋਏ ਨੇ ਪਹਿਲਾਂ, ਇਹ ਲਾਗੂ ਹੋ ਚੁੱਕੇ ਨੇ। ਇਦੋਂ ਪਹਿਲਾਂ ਤੁਸੀਂ ਕੁਝ ਵੀ ਨਵਾਂ ਨਹੀਂ ਕਰ ਰਹੇ। ਪਹਿਲਾਂ ਮੋਦੀ ਸਰਕਾਰ ਇਹ ਕਰ ਰਹੀ ਸੀ ਕਿ ਅਸੀਂ ਜੋ 70 ਸਾਲਾਂ 'ਚ ਨਹੀਂ ਹੋਇਆ ਅਸੀਂ ਪਹਿਲੀ ਵਾਰ ਕਰ ਰਹੇ ਹਾਂ। ਮੁੜ ਕੇ ਮੋਦੀ ਸਾਹਿਬ ਆ ਗਏ ਨੇ ਉੱਥੇ ਕਿ ਜੋ ਕਰ ਰਹੇ ਸੀ ਅਸੀਂ ਤਾਂ ਉਹੀ ਕਰ ਰਹੇ ਹਾਂ। ਉਹ 70 ਸਾਲਾਂ 'ਚ ਫਿਰ ਨਵਾਂ ਕੀ ਕਰ ਰਹੇ ਹੋ? ਤੁਸੀਂ ਉਹਦੀ ਉਹ ਨਕਲ ਮਾਰ ਰਹੇ ਹੋ। ਉਹਦਾ ਤੇ ਮਾੜਾ ਜਿਹਾ ਘੁੰਡ ਕੱਢ ਕੇ ਕੀਤਾ ਹੋਇਆ ਸੀ, ਤੁਸੀਂ ਘੁੰਡ ਚੱਕ ਕੇ ਕਰ ਰਹੇ ਹੋ, ਨਾਚ ਕਰ ਰਹੇ ਹੋ। ਫਰਕ ਕੇਵਲ ਇੰਨਾ ਹੀ ਹੈ, ਇਦੋਂ ਵੱਡਾ ਫਰਕ ਨਹੀਂ ਹੈ। ਹਮੀਰ ਸਿੰਘ ਜੀ, ਇੱਕ ਵੱਡਾ ਸਵਾਲ ਇਹ ਵੀ ਖੜਾ ਹੋ ਰਿਹਾ ਵੀ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਵਾਰ-ਵਾਰ ਕਹਿ ਰਹੇ ਨੇ ਵੀ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੇਂਦਰ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ ਹੈ। ਉਹ ਉਸੇ ਗੱਲਾਂ ਤੇ ਖੜੀ ਹੈ ਵੀ ਜਿੱਥੇ ਪਹਿਲਾਂ ਖੜੀ ਸੀ। ਤੁਹਾਨੂੰ ਲੱਗਦਾ ਵੀ ਕਿ ਇਸ ਸਮੇਂ ਜਿਹੜੀ ਹੈਗੀ ਟਕਰਾਅ ਵਾਲੀ ਸਥਿਤੀ ਬਣੀ ਹੈ ਵੀ ਕਿ ਅਜਿਹੇ ਹਾਲਾਤਾਂ 'ਚ ਗੱਲਬਾਤ ਕੋਈ ਸਿਰੇ ਚੜ੍ਹ ਸਕੇਗੀ? ਨਹੀਂ, ਰੌਲਾ ਹੀ ਇਹੀ ਹੈ, ਨਾ ਕੇਂਦਰ ਸਰਕਾਰ 'ਚ ਸਹਿਮਤੀ ਹੈ, ਕੋਈ ਨਹੀਂ ਹੈ। ਤੇ ਕਿ ਪ੍ਰਧਾਨ ਮੰਤਰੀ ਨੇ ਪਹਿਲਾਂ ਕਿਹਾ ਇੱਕ ਕਾਲ ਦੋ ਰਾਹ, ਤੇ ਫਿਰ ਖੇਤੀ ਮੰਤਰੀ ਕਹਿ ਰਿਹਾ ਕਿ ਜਲਦੀ ਸਮਾਧਾਨ ਹੋ ਜਾਊਗਾ, ਅਸੀਂ ਲੱਗੇ ਹੋਏ ਹਾਂ। ਤੇ ਰੇਲਵੇ ਮੰਤਰੀ ਕਹਿ ਰਹੇ ਆ ਕਿਸਾਨ ਅੱਜ ਆਪਣੇ ਵੱਲੋਂ ਪ੍ਰਪੋਜ਼ਲ ਦੇਣ। ਪਹਿਲਾਂ ਵੀ ਇੱਕ ਵਾਰ ਕਿਹਾ ਸੀ ਕਿਸਾਨ ਆਪਣੇ ਵੱਲੋਂ ਤਜਵੀਜ਼ ਰੱਖਣ। ਕਿਸਾਨਾਂ ਦੀ ਤਜਵੀਜ਼ ਆਉਂਦੀ ਹੈ, ਫਿਰ ਤੁਸੀਂ ਕਹਿੰਦੇ ਹੋ ਇਹਦੇ ਤੇ ਗੱਲ ਨਹੀਂ ਕਰਨੀ। ਇਹ ਥੋੜੀ ਗੱਲ ਹੁੰਦੀ ਹੈ। ਪ੍ਰਧਾਨ ਮੰਤਰੀ ਨੇ ਅੱਜ ਕਿਹਾ, ਅੱਜ ਵੀ ਮੈਂ ਪਾਰਲੀਮੈਂਟ ਦੇ ਵਿੱਚੋਂ ਕਹਿ ਰਿਹਾ ਕਿ ਜੀ ਗੱਲ ਕਰਨ ਲਈ ਤਿਆਰ ਹਾਂ। ਉਹ ਗੱਲ ਕਰਨ ਲਈ ਕੋਈ ਡੇਟ ਤੈਅ ਹੁੰਦੀ ਹੈ, ਕਿਹੜੀ ਤਾਰੀਖ ਨੂੰ ਤੁਸੀਂ ਸੱਦਾ ਭੇਜੋ ਕਿਸਾਨਾਂ ਨੂੰ ਕਿ ਆਹ ਸਾਡੀ ਪ੍ਰਪੋਜ਼ਲ ਹੈ ਤੇ ਇਸ ਤਾਰੀਖ ਨੂੰ ਤੁਹਾਨੂੰ ਬੁਲਾਇਆ ਜਾਂਦਾ। ਘੱਟੋ ਘੱਟ ਜਿਹੜੀ ਅਥਾਰਟੀ ਹੈ ਉਹ ਇਸ ਤਰੀਕੇ ਦੇ ਨਾਲ ਕਿਉਂ ਗੋਲ-ਮੋੜ ਚੀਜ਼ਾਂ ਕਰ ਰਹੀ ਹੈ? ਜਿਹਦੇ ਕੋਲ ਨਾ ਹੋਵੇ ਉਹ ਤਾਂ ਅਗਲਾ ਕਹੇ, ਕਿਸਾਨ ਕਹਿ ਸਕਦੇ ਨੇ ਅਸੀਂ ਗੱਲ ਨੂੰ ਕਰ ਲਓ ਤਿਆਰ ਆ, ਸਰਕਾਰ ਬੁਲਾ ਨਹੀਂ ਰਹੀ। ਸਰਕਾਰ ਇਹ ਕਿਉਂ ਕਹਿ ਰਹੀ ਹੈ ਜਦ ਤੱਕ ਕਿਸਾਨ ਇਹ ਕਹਿਣ ਅਸੀਂ ਨਹੀਂ ਆਉਣਾ? ਤੇ ਇਸ ਕਰਕੇ ਇਹ ਗੱਲਾਂ 'ਚ ਕੋਈ ਵਜਨ ਨਹੀਂ ਹੈ। ਟਕਰਾਅ ਦਾ ਮਾਹੌਲ ਲਗਾਤਾਰ ਪੈਦਾ ਕੀਤਾ ਜਾ ਰਿਹਾ। ਗੌਰਮੈਂਟ ਉਹਨੂੰ ਥਕਾਉਣਾ ਚਾਹੁੰਦੀ ਹੈ ਜਾਂ ਬਾਕੀ ਚੀਜ਼ਾਂ ਕਰਨਾ ਚਾਹੁੰਦੀ ਹੈ। ਔਰ ਮੈਨੂੰ ਇਹ ਲੱਗਦਾ ਕਿ ਜੇ ਮਾਮਲਾ ਸੁਲਝ ਜੇ ਤਾਂ ਇਹ ਦੇਸ਼ ਦੇ ਵੀ ਹੱਕ 'ਚ ਹੈ, ਇਨਸਾਨੀਅਤ ਦੇ ਵੀ ਹੱਕ 'ਚ ਹੈ, ਕਿਸਾਨਾਂ ਦੇ ਵੀ ਹੱਕ 'ਚ ਹੈ। ਨਹੀਂ ਤਾਂ ਜੇ ਨਿਰਾਸ਼ ਹੋ ਕੇ ਮੰਨ ਲਓ ਇੱਕ ਪੁਆਇੰਟ ਉਹਨਾਂ ਦੇ ਦਿਮਾਗ 'ਚ ਇਹ ਆਉਂਦਾ ਹੋਵੇ ਵੀ ਇਹ ਸੰਘਰਸ਼ ਐਵੇਂ ਹੀ ਬਣ ਜਾਊਗਾ, ਤਾਂ ਲੱਖਾਂ ਲੋਕਾਂ ਦੇ ਅੰਦਰ ਪੈਦਾ ਜਿਹੜੀ ਬੇਚੈਨੀ ਹੈ, ਇੰਨੇ ਬੇਚੈਨ ਮਨੁੱਖਾਂ ਦਾ ਤੁਸੀਂ ਕੀ ਕਰੋਗੇ? ਕਿੱਧਰ ਜਾਣਗੇ ਉਹ? ਤੁਸੀਂ ਮੈਨੂੰ ਦੱਸੋ। ਜਾਂ ਖੁਦਕਸ਼ੀ ਕਰਨਗੇ ਜਾਂ ਫਿਰ ਕੋਈ ਅੰਦੋਲਨ ਦਾ ਹੋਰ ਰੂਪ ਲੈਣਗੇ। ਤੁਸੀਂ ਉਹਨਾਂ ਨੂੰ ਉਸ ਪਾਸੇ ਧੱਕ ਰਹੇ ਹੋ ਜ਼ਬਰਦਸਤੀ ਕਿ ਉਹ ਕਿੱਧਰ ਜਾਣ। ਇਸ ਕਰਕੇ ਗੌਰਮੈਂਟਾਂ ਦਾ ਇਹ ਰਵਾਇਤ ਨਹੀਂ ਹੁੰਦੀ, ਇਹ ਤਰੀਕਾਕਾਰ ਨਹੀਂ ਹੁੰਦਾ। ਗੌਰਮੈਂਟਾਂ ਦਾ ਤਰੀਕਾ ਹਮੇਸ਼ਾ ਹੁੰਦਾ ਕਿ ਉਹ ਬੁਲਾਉਣ, ਗੱਲ ਕਰਨ। ਔਰ ਗੌਰਮੈਂਟ ਨੇ ਇਹ ਕਿਹਾ ਸੀ ਕਿ 1.5 ਸਾਲ ਅਸੀਂ ਪਿੱਛੇ ਮੁਅੱਤਲ ਕਰ ਦਿੰਦੇ ਹਾਂ ਤੇ ਇੱਕ ਕਮੇਟੀ MSP ਤੇ ਬਣਾ ਦਿੰਦੇ ਹਾਂ, ਜੋ ਵੀ ਤਰੀਕਾ ਹੋਊਗਾ ਦੇਖ ਲਾਂਗੇ। ਤੇ ਉਦੋਂ ਕੋਈ ਹੋਰ ਪ੍ਰਪੋਜ਼ਲ ਤੁਹਾਡੇ ਕੋਲ ਹੈ, ਜੋ ਵੀ ਪ੍ਰਪੋਜ਼ਲ ਹੈ ਉਹਦੇ ਲਈ ਆਉਣਾ ਚਾਹੀਦਾ ਹੈ। ਔਰ ਇਹ ਇੰਟਰਨੈਟ ਵਗੈਰਾ ਦੀਆਂ ਸੁਵਿਧਾਵਾਂ ਜਾਣੀਆਂ ਚਾਹੀਦੀਆਂ ਨੇ। ਤੁਸੀਂ ਉਹਦੀ ਸੰਘੀ ਕੁੱਟ ਕੇ ਅੰਦੋਲਨ ਦੀ ਐ ਨਹੀਂ ਦਬਾ ਸਕਦੇ। ਤੇ ਇਸੇ ਕਰਕੇ ਤੁਸੀਂ ਇੰਡੀਪੈਂਡੈਂਟ ਮੁਲਕ 'ਚ, ਆਜ਼ਾਦ ਮੁਲਕ 'ਚ, ਜਮਹੂਰੀ ਮੁਲਕ 'ਚ ਪਹਿਲਾਂ ਜਮਹੂਰੀ ਵੈਲਿਊ ਸਿਸਟਮ ਤਾਂ ਕ੍ਰੀਏਟ ਕਰੋ, ਕਦਰਾਂ ਕੀਮਤਾਂ ਤਾਂ ਰੱਖੋ ਤਾਂ ਕਿ ਤੁਹਾਡੇ ਤੇ ਬੰਦਾ ਯਕੀਨ ਕਰਨ ਜੋਗਾ ਹੋਵੇ, ਤਾਂ ਕਿ ਲੀਡਰ ਤੁਹਾਡੇ ਤੇ ਯਕੀਨ ਕਰ ਸਕਣ। ਤੁਸੀਂ ਤਾਂ ਬੇਯਕੀਨੀ ਫੈਲਾ ਰਹੇ ਹੋ ਪਹਿਲਾਂ ਹੀ। ਉਹ ਯਕੀਨ ਫੈਲਾਉਣ ਤੋਂ ਬਾਅਦ ਫਿਰ ਠੀਕ ਹੈ, ਫਿਰ ਗੱਲਬਾਤ ਕਰੋ। ਤੇ ਗੱਲਬਾਤ ਦੇ ਵਿੱਚ ਉਹਨਾਂ ਦਾ ਅੱਜ ਵੀ ਫੰਡਾ ਇਹੀ ਹੈ। ਰਾਕੇਸ਼ ਟਕੈਤ ਨੂੰ ਮੈਂ ਸੁਣਿਆ, ਬਾਕੀ ਵੀ ਉਹ ਕਹਿੰਦੇ ਤਿੰਨੇ ਕਾਨੂੰਨ ਵਾਪਸ ਲੈ ਲਓ, MSP ਤੇ ਕਾਨੂੰਨ ਬਣਾ ਦਿਓ। ਸਾਡਾ ਤਾਂ ਰੌਲਾ ਹੀ ਕੋਈ ਨਹੀਂ ਹੈ। ਪ੍ਰਧਾਨ ਮੰਤਰੀ ਕਹਿੰਦਾ ਕਿ ਉਹੀ ਗੱਲ ਕਈ ਵਾਰ ਸਮੱਸਿਆ ਬਣ ਜਾਂਦੀ ਹੈ, ਕਈ ਵਾਰ ਸਮਾਧਾਨ ਬਣ ਜਾਂਦੀ ਹੈ। ਉਹ ਕਹਿੰਦਾ ਸਮੱਸਿਆ ਦੂਰ ਕਰਦਾ, 3 ਗੱਲਾਂ ਨੇ ਆਪੀ ਸਮਾਧਾਨ ਹੋ ਗਿਆ, ਕੋਈ ਫਰਕ ਹੀ ਨਹੀਂ ਪੈਂਦਾ, ਸਿੱਧਾ ਇਲਾਜ ਹੈ। ਤੇ ਹੋਰ ਤਾਂ ਕੋਈ ਰੌਲਾ ਹੀ ਨਹੀਂ ਹੈ। ਇਸ ਕਰਕੇ ਇਹ ਸਾਰਾ ਮਾਮਲਾ ਹੈ। ਤੇ ਇਹਦੇ ਤੇ ਮੈਨੂੰ ਇਹ ਲੱਗਦਾ ਕਿ ਗੌਰਮੈਂਟ ਅਜੇ ਵੀ ਗੰਭੀਰਤਾ ਨਾਲ ਨਹੀਂ ਰਹਿ ਰਹੀ। ਲੱਖਾਂ ਲੋਕਾਂ ਦੀ ਤਪੱਸਿਆ ਜਿਹੜੀ ਹੈ ਉਹਦੇ ਤੇ ਸੰਸੀਅਰ ਨਹੀਂ ਹੈ, ਸੰਵੇਦਨਹੀਣਤਾ ਦਿਖਾਈ ਦੇ ਰਹੀ ਹੈ। ਔਰ ਜਮਹੂਰੀਅਤ ਦਾ ਵੀ ਸਨਮਾਨ ਨਹੀਂ ਕੀਤਾ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਕਰਨਾ ਚਾਹੀਦਾ ਹੈ। ਦੇਸ਼ ਦਾ ਸੰਵਿਧਾਨ ਵੀ ਤੁਹਾਨੂੰ ਇਸ ਪਾਸੇ ਲਾਉਂਦਾ ਕਿ ਲੋਕਾਂ ਦਾ ਸੰਵਿਧਾਨ ਹੈ, ਵੀ ਦਾ ਪੀਪਲ ਆਫ ਇੰਡੀਆ। ਅਸੀਂ ਭਾਰਤ ਦੇ ਲੋਕਾਂ ਨੇ ਖੁਦ ਨੂੰ ਤਾਕਤ ਦਿੱਤੀ ਹੈ। ਤੁਸੀਂ ਨੁਮਾਇੰਦੇ ਹੋ ਕੇਵਲ ਚੁਣ ਕੇ ਗਏ ਹੋਏ। ਤੁਸੀਂ ਮਾਲਕਾਂ ਦੀ ਤਰ੍ਹਾਂ ਵਰਤਾਅ ਨਾ ਕਰੋ, ਤੁਸੀਂ ਲੋਕਾਂ ਦੇ ਸੇਵਕ ਦੀ ਤਰ੍ਹਾਂ ਵਰਤਾਅ ਕਰੋ। ਕਹਿੰਦੇ ਤਾਂ ਪ੍ਰਧਾਨ ਸੇਵਕ ਨੇ ਪਹਿਲਾਂ ਵੀ, ਪਰ ਜਿਹੜਾ ਪ੍ਰੈਕਟਿਸ ਬਿਲਕੁਲ ਉਹਦੇ ਉੱਤੇ ਉਲਟ ਹੈ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।